सत श्री अकाल दोस्तों, मैं हाँ स्वर्ण सिंह टैणा। तुसीं देख रहे हो प्राइम एशिया टीवी ਤੇ हर रोज़ की तरह ही प्रोग्राम खबर की खबर लैके हाज़र हाँ। पहली वड्डी खबर ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ मौसम की हाल बयानी। लंघे कल ਪੰਜਾਬ ਦੇ ਵਿੱਚ मौसम काफ़ी खराब ਰਿਹਾ। मौसम विभाग का अंदाज़ा ਸੀ ਜਿਹੜਾ ਉਹ ਬਿਲਕੁਲ ਸਹੀ ਸਾਬਤ ਹੋਇਆ ਕਿ 16 ਤੇ 17 ਤਰੀਕ ਨੂੰ ਪੰਜਾਬ ਦੇ ਵਿੱਚ मौसम ਖਰਾਬ ਰਹਿ ਸਕਦਾ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਬੂੰਦਾਬਾਂਦੀ ਹੋਈ ਆ। ਕਈ ਥਾਵਾਂ ਦੇ ਉੱਤੇ ਝੱਖੜ ਝੁੱਲਾ ਚੱਲਿਆ, ਜਿਹਦੇ ਕਰਕੇ ਕਣਕ ਦੀ ਫਸਲ ਭਾਵੇਂ ਘੱਟ ਪ੍ਰਭਾਵਿਤ ਹੋਈ ਹੋਵੇ ਪਰ ਹੋਈ ਜ਼ਰੂਰ ਹੈ। ਇਸ ਤੋਂ ਪਹਿਲਾਂ ਤੇਜ਼ ਝੱਖੜ ਝੁੱਲਾ ਚੱਲਿਆ ਸੀ ਕੁਝ ਦਿਨ ਪਹਿਲਾਂ, ਉਹਦੇ ਕਰਕੇ ਕਾਫੀ ਪ੍ਰਭਾਵਿਤ ਹੋਈ ਸੀ। ਜਲੰਧਰ ਦੇ ਵਿੱਚ ਰਾਤ ਦੇ ਵੇਲੇ ਲਗਭਗ 10 ਵਜੇ ਕਾਫੀ ਮੀਂਹ ਪਿਆ ਤੇ ਕਿਣਮਣ ਲਗਾਤਾਰ ਹੁੰਦੀ ਰਹੀ ਹੈ। ਸੋ ਭੂਰ ਜੀ ਕਈ ਥਾਵਾਂ ਦੇ ਉੱਤੇ ਪੈਂਦੀ ਰਹੀ ਹੈ ਤੇ ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 24 ਘੰਟੇ ਪੰਜਾਬ ਦੇ ਵਿੱਚ ਮੌਸਮ ਇਵੇਂ ਹੀ ਬਦਲਵਾਈ ਵਾਲਾ, ਮੀਂਹ ਕਣੀ ਵਾਲਾ, ਝੱਖੜ ਝੁੱਲੇ ਵਾਲਾ ਬਣਿਆ ਰਹਿਣਾ। ਸੋ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਆ ਇਸ ਵਕਤ ਕਿਸਾਨ ਅੰਦੋਲਨ ਦੇ ਖਿਲਾਫ ਕੇਂਦਰ ਦੀ ਸਰਕਾਰ ਦੇ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਨਾਲ ਸੰਬੰਧਿਤ। ਆਪਾਂ ਸਾਰੇ ਜਾਣਦੇ ਕਿ 4.5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ। ਪੰਜਾਬ ਦੇ ਤੇ ਵੱਖ-ਵੱਖ ਹੋਰ ਸੂਬਿਆਂ ਦੇ ਕਿਸਾਨ ਵੱਖ-ਵੱਖ ਬਾਰਡਰਾਂ ਦੇ ਉੱਤੇ ਡਟੇ ਹੋਏ ਆ ਸਿਦਕ ਦੇ ਨਾਲ। ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਗਿਲੇ ਸ਼ਿਕਵੇ ਕੇਂਦਰ ਦੀ ਸਰਕਾਰ ਦੇ ਪ੍ਰਤੀ ਇਸ ਕਰਕੇ ਹੈਗੇ ਆ, ਹੋਣੇ ਕੁਦਰਤੀ ਵੀ ਆ ਤੇ ਹੋਣੇ ਚਾਹੀਦੇ ਵੀ ਆ ਕਿ ਜਿਨ੍ਹਾਂ ਨੂੰ ਅਸੀਂ ਇੱਕ ਕੀਮਤੀ ਵੋਟ ਪਾਈ ਆ, ਅੱਜ ਉਹੀ ਸਾਡੀ ਹਿੱਕ ਦੇ ਉੱਤੇ ਮੂੰਗ ਦਲਣ ਦੀ ਕੋਸ਼ਿਸ਼ ਕਰਦੇ ਆ। ਪਰ ਧਰਨੇ ਇਹ ਕਿਸਾਨ ਉਸ ਸਿਰੜ ਦੇ ਨਾਲ ਡਟੇ ਹੋਏ ਆ। ਉਹਨਾਂ ਦੀਆਂ ਝੌਂਪੜੀਆਂ ਨੂੰ ਅੱਗਾਂ ਲੱਗ ਰਹੀਆਂ, ਉਹਨਾਂ ਦੇ ਉੱਤੇ ਡੰਡੇ ਵਰ ਰਹੇ ਆ, ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ, ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਹੁੰਦੇ ਆ। ਪਾਣੀ ਦੀਆਂ ਬੁਛਾੜਾਂ ਲੰਘੇ ਵੇਲੇ ਦੇ ਵਿੱਚ ਵੱਜੀਆਂ, ਟੋਏ ਉਹਨਾਂ ਦੇ ਮੂਹਰੇ ਪੱਟੇ ਗਏ ਆ, ਕੰਡਿਆਲੀਆਂ ਤਾਰਾਂ ਉਹਨਾਂ ਦੇ ਮੂਹਰੇ ਲਾਈਆਂ ਗਈਆਂ, ਕਿੱਲ ਧਰਤੀ ਦੇ ਵਿੱਚ ਗੱਡੇ ਗਏ ਆ। ਉਹਨਾਂ ਦੇ ਕੋਲੇ ਪਾਣੀ ਦੀ ਸਪਲਾਈ ਟੁੱਟ ਜਾਵੇ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ। ਲੰਗਰ ਪਾਣੀ ਦੀ ਦਿੱਕਤ ਵੀ ਕਈ ਵਾਰ ਸ਼ਾਇਦ ਆਈ ਹੋਊਗੀ, ਪਰ ਇਸ ਦੇ ਬਾਵਜੂਦ ਉਹ ਲੱਗੇ ਹੋਏ ਆ ਤੇ ਉਹ ਕਹਿੰਦੇ ਵੀ ਅਸੀਂ ਜਿੱਤ ਕੇ ਜਾਵਾਂਗੇ। ਇਹ ਸਾਡੇ ਸੁਭਾਅ ਦੇ ਵਿੱਚ ਹੈ, ਇਹ ਸਾਡੇ ਖੂਨ ਦੇ ਵਿੱਚ ਹੈ। ਇਹ ਸਾਨੂੰ ਗੁਰੂਆਂ ਨੇ ਸਿੱਖਿਆ ਦਿੱਤੀ ਹੋਈ ਹੈ ਕਿ ਜੇਕਰ ਤੁਹਾਡੇ ਉੱਤੇ ਕੋਈ ਵਧੀਕੀ ਕਰਦਾ ਤਾਂ ਫਿਰ ਹੱਕ ਲਓ ਵੀ, ਤੇ ਹੱਕ ਲੈਣ ਦੇ ਵਾਸਤੇ ਸਾਡੇ ਕਿਸਾਨ ਵੀਰ ਬੈਠੇ ਆ, ਭਾਵੇਂ ਉਹ ਕਿਸੇ ਵੀ ਸੂਬੇ ਦੇ ਕਿਉਂ ਨਾ ਹੋਣ। ਪਰ ਜਿਹੜੀ ਕੇਂਦਰ ਦੀ ਸਰਕਾਰ ਆ ਉਹਦੇ ਵੱਲੋਂ ਤਿਕੜਮਬਾਜ਼ੀਆਂ ਨਵੀਆਂ ਘੜੀਆਂ ਗਈਆਂ ਤੇ ਘੜੀਆਂ ਜਾਣਗੀਆਂ ਵੀ, ਕਿਉਂਕਿ ਪਤਾ ਲੱਗਾ ਜੀ ਕਿ ਹਵਾਈ ਸਰਵੇਖਣ ਕਰਵਾਇਆ ਗਿਆ। ਉਹਦੇ ਰਾਹੀਂ ਪਤਾ ਲੱਗਾ ਜੀ ਕਿ ਆਉਂਦੇ 1 ਹਫ਼ਤੇ ਦੇ ਵਿੱਚ ਜਾਂ 10 ਦਿਨ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਸਮਾਪਤ ਕਰਵਾ ਦੇਣਾ ਜਾਂ ਕਰਵਾਉਣ ਦੀ ਕੋਸ਼ਿਸ਼ ਕਰਨੀ ਹੈ। ਜੇ ਉੱਥੇ ਅਰਧ ਸੁਰੱਖਿਆ ਬਲ ਦਸਤੇ ਆਉਂਦੇ ਆ ਤੇ ਉਸ ਤੋਂ ਬਾਅਦ ਕੀ ਸਥਿਤੀ ਪੈਦਾ ਹੁੰਦੀ ਆ ਇਹਦੇ ਬਾਬਤ ਆਪਾਂ ਕੁਝ ਕਹਿ ਨਹੀਂ ਸਕਦੇ। ਹਾਲਾਂਕਿ ਮੈਂ ਇਹ ਚਾਹੁੰਦਾ ਕਿ ਜਿਹੜੀ ਮੈਂ ਖਬਰ ਇਹ ਸਾਂਝੀ ਕਰ ਰਿਹਾ ਇਹ ਬਿਲਕੁਲ ਗਲਤ ਸਾਬਤ ਹੋਵੇ, ਕਿਸਾਨ ਡਟੇ ਰਹਿਣ ਤੇ ਜਿੱਤ ਕੇ ਘਰਾਂ ਨੂੰ ਪਰਤਣ। ਪਰ ਜੋ ਖਬਰ ਹੈ ਉਹ ਇਹੀ ਦੱਸਦੀ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਅੰਦਰ ਖਾਤੇ ਨਵੀਆਂ ਘਾਟਾਂ ਘੜ ਲਈਆਂ ਗਈਆਂ। ਕਰੋਨਾ ਮਹਾਮਾਰੀ ਦੇ ਨਾਂ ਦੇ ਉੱਤੇ ਕਿਸਾਨਾਂ ਨੂੰ ਉਠਾਉਣ ਦੀ ਉੱਥੋਂ ਤਿਆਰੀ ਹੈ। ਪਤਾ ਲਾ ਲਿਆ ਗਿਆ ਉਹਨਾਂ ਦੇ ਵੱਲੋਂ ਵੀ ਕਿੰਨੇ ਏਰੀਏ ਦੇ ਵਿੱਚ ਕਿਸਾਨ ਬੈਠੇ ਆ, ਕਿੰਨੇ ਕੁ ਕਿਸਾਨ ਬੈਠੇ ਆ, ਕਿੰਨੀਆਂ ਕੁ ਟਰਾਲੀਆਂ ਹੈਗੀਆਂ ਤੇ ਕੀ ਸਾਨੂੰ ਆਉਂਦੇ ਸਮੇਂ ਦੇ ਵਿੱਚ ਪ੍ਰਬੰਧ ਕਰਨਾ ਚਾਹੀਦਾ। ਕਈ ਹਿੰਦੀ ਅਖਬਾਰਾਂ ਦੇ ਵਿੱਚ ਇਹ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਹੈਗੀਆਂ, ਪਰ ਕਿਸਾਨਾਂ ਨੂੰ ਵੀ ਪਤਾ ਵੀ ਇਹ ਸਾਡੇ ਖਿਲਾਫ ਕੀ ਕੁਝ ਕਰ ਸਕਦੇ ਆ। ਉਹਨਾਂ ਨੇ ਵੀ ਅਗਲੀਆਂ ਤਿਆਰੀਆਂ ਵਿੱਢ ਲਈਆਂ। ਸੋ ਗੱਲ ਇੱਥੇ ਆ ਕੇ ਮੁੱਕਦੀ ਹੈ ਵੀ ਕਿਸਾਨਾਂ ਦੇ ਬਾਰੇ ਇਹ ਕਹਿੰਦੇ ਆ ਕੇਂਦਰ ਦੇ ਮੰਤਰੀ ਕਿ ਇਹਨਾਂ ਦੇ ਕਰਕੇ ਵੀ ਕਰੋਨਾ ਫੈਲ ਰਿਹਾ, ਪਰ ਕੀ ਕੁੰਭ ਦੇ ਮੇਲੇ ਕਰਕੇ ਨਹੀਂ ਫੈਲ ਰਿਹਾ? ਕਿ ਜਿਹੜੀਆਂ ਪ੍ਰਧਾਨ ਮੰਤਰੀ ਸਾਹਿਬ ਖੁਦ ਪੱਛਮੀ ਬੰਗਾਲ ਦੇ ਵਿੱਚ ਰੈਲੀਆਂ ਕਰ ਰਹੇ ਸੀ ਤੇ ਕਰ ਰਹੇ ਹਨ, ਇਹਨਾਂ ਦੇ ਕਰਕੇ ਨਹੀਂ ਫੈਲ ਰਿਹਾ? ਕਿ ਜਿਹੜੇ 4 ਸੂਬਿਆਂ ਦੇ ਵਿੱਚ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਉੱਥੇ ਰੈਲੀਆਂ ਨਹੀਂ ਕੀਤੀਆਂ? ਕੀ ਭਾਰਤ ਦੇ ਵਿੱਚ ਸਾਰੇ ਬਾਜ਼ਾਰ ਬੰਦ ਹੋ ਗਏ ਆ? ਕੀ ਪੂਰੇ ਭਾਰਤ ਦੇ ਵਿੱਚ ਮੁਕੰਮਲ ਲੋਕਡਾਊਨ ਹੋ ਗਿਆ? ਕੀ ਰੇਲਵੇ ਸਟੇਸ਼ਨਾਂ ਦੇ ਉੱਤੇ ਭੀੜ ਨਹੀਂ? ਕੀ ਬਾਜ਼ਾਰਾਂ ਦੇ ਵਿੱਚ ਕੁਰਬਲ ਨਹੀਂ ਹੁੰਦੀ? ਕੀ ਬੱਸਾਂ ਭਰੀਆਂ ਨਹੀਂ ਜਾਂਦੀਆਂ? ਕੀ ਦਫ਼ਤਰ ਨਹੀਂ ਲੱਗਦੇ? ਸੋ ਕਿਹੜੇ ਇਹ ਮਸਲੇ ਆ ਜਿਹਦੇ ਕਰਕੇ ਤੁਸੀਂ ਆਪਦੀ ਨਵੀਂ ਖੇਡ ਰਹੇ ਆ? ਤੇ ਉਹ ਮਸਲਾ ਇੱਕੋ ਹੀ ਹੈ ਵੀ ਕਿਸਾਨਾਂ ਦੇ ਖਿਲਾਫ ਅਸੀਂ ਕਾਰਵਾਈ ਕਰੀਏ। ਕੇਂਦਰ ਦੀ ਸਰਕਾਰ ਦੇ ਨਾਸੀ ਧੂੰਆਂ ਆਇਆ ਹੋਇਆ ਇਸ ਵਕਤ, ਇਸੇ ਕਰਕੇ ਉਹਨਾਂ ਦੇ ਵੱਲੋਂ ਆਨੀ ਬਹਾਨੀ ਹੁਣ ਕੁਝ ਨਾ ਕੁਝ ਕੀਤਾ ਜਾ ਰਿਹਾ। ਹੈਰਾਨ ਮੈਂ ਇਸ ਗੱਲ ਦੇ ਉੱਤੇ ਆ, ਪਿਛਲੇ ਦਿਨੀ ਡਾਕਟਰ ਹਰਸ਼ਵਰਧਨ ਜਿਹੜੇ ਕਿ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਆ, ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਕਰੋਨਾ ਕਿਸਾਨਾਂ ਦੇ ਅੰਦੋਲਨ ਦੇ ਕਰਕੇ ਵਧਿਆ। ਉਹ ਕਹਿੰਦੇ ਜੀ ਜੇਕਰ ਕਿਸਾਨ ਅੰਦੋਲਨ ਸਮਾਪਤ ਹੋਇਆ ਹੁੰਦਾ ਤਾਂ ਇਹ ਸਾਰਾ ਕੁਝ ਫੈਲਦਾ ਹੀ ਨਾ। ਪਰ ਮਹਾਰਾਸ਼ਟਰ ਭਾਰਤ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਕਰੋਨਾ ਦੇ ਮਾਮਲੇ ਦੇ ਵਿੱਚ, ਕਿਸਾਨ ਤਾਂ ਉੱਥੇ ਗਏ ਹੀ ਨਹੀਂ, ਉੱਥੋਂ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਬਾਰਡਰਾਂ 'ਤੇ ਆਏ ਹੀ ਨਹੀਂ, ਫਿਰ ਉੱਥੇ ਕਿਵੇਂ ਪਹਿਲੇ ਨੰਬਰ ਦੇ ਉੱਤੇ ਆ ਗਿਆ? ਉਸ ਤੋਂ ਅਗਲੀ ਗੱਲ, 22 ਜਨਵਰੀ ਨੂੰ ਆਖਰੀ ਵਾਰ ਕੇਂਦਰ ਦੇ 3 ਮੰਤਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਆ। ਉਸ ਤੋਂ ਬਾਅਦ ਗੱਲਬਾਤ ਤੁਸੀਂ ਨਹੀਂ ਕਰਦੇ। ਕਿਸਾਨ ਮਜਬੂਰੀ ਦੇ ਵਿੱਚ ਬਾਰਡਰਾਂ 'ਤੇ ਬੈਠੇ ਆ, ਤੁਸੀਂ ਗੱਲਬਾਤ ਕਰਦੇ, ਮਸਲੇ ਦਾ ਹੱਲ ਕੱਢਦੇ, ਕਿਵੇਂ ਵੀ ਨਿਕਲਦਾ ਹੱਲ। ਕਿਸਾਨ ਆਪਣੇ ਘਰਾਂ ਨੂੰ ਚਾਈ ਆਉਂਦੇ, ਗੱਲ ਖਤਮ ਹੋ ਜਾਂਦੀ। ਬਾਰਡਰਾਂ ਦੇ ਉੱਤੇ ਬੈਠਣ ਵਾਸਤੇ ਕੇਂਦਰ ਨੇ ਮਜਬੂਰ ਕੀਤਾ ਤੇ ਕਹਿੰਦੇ ਜੀ ਕਿਸਾਨਾਂ ਦੇ ਕਰਕੇ ਕਰੋਨਾ ਵੱਧ ਰਿਹਾ, ਇਸ ਕਰਕੇ ਠਾਉਣੇ ਜ਼ਰੂਰੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠੇ ਅੰਦੋਲਨਕਾਰੀਆਂ ਨੂੰ ਕਰੋਨਾ ਵਧਾਉਣ ਦਾ ਕਾਰਨ ਨਹੀਂ ਬਣਨ ਦਿੱਤਾ ਜਾਵੇਗਾ।
ਸਿੰਘੂ ਤੇ ਟਿਕਰੀ ਬਾਰਡਰ ਦੇ ਉੱਤੇ ਬੈਠੇ ਅੰਦੋਲਨਕਾਰੀਆਂ ਨੂੰ ਅੰਦੋਲਨ ਖਤਮ ਕਰਨ ਦੇ ਲਈ ਸਰਕਾਰ ਪਿਆਰ ਦੇ ਨਾਲ ਸਮਝਾਵੇਗੀ। ਇਹ ਕੁਝ ਕੁ ਅਖਬਾਰਾਂ ਦੇ ਵਿੱਚ ਲੱਗੀਆਂ ਹੋਈਆਂ ਖਬਰਾਂ ਦੇ ਮੁਤਾਬਕ ਹੈ। ਜੇ ਇਹ ਅੰਦੋਲਨਕਾਰੀ ਆਪਣੀ ਜ਼ਿੱਦ ਦੇ ਉੱਤੇ ਅੜੇ ਰਹੇ ਜਾਂ ਨਾ ਹਟੇ ਤਾਂ ਉਹਨਾਂ ਨੂੰ ਅਰਧ ਸੈਨਿਕ ਬਲਾਂ ਤੇ ਪੁਲਿਸ ਦੀ ਮਦਦ ਦੇ ਨਾਲ ਇੱਥੋਂ ਹਟਾਇਆ ਜਾਵੇਗਾ। ਗ੍ਰਹਿ ਵਿਭਾਗ ਨੇ ਇਹਨਾਂ ਅੰਦੋਲਨਕਾਰੀਆਂ ਨੂੰ ਧਰਨੇ ਤੋਂ ਹਟਾਉਣ ਦੇ ਲਈ ਰੂਪਰੇਖਾ ਤਿਆਰ ਕਰ ਲਈ ਹੈ। ਇਹਦੇ ਲਈ ਹਰਿਆਣਾ ਸਰਕਾਰ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਦੇਸ਼ ਭਰ ਦੇ ਵਿੱਚ ਕਰੋਨਾ ਦੀ ਸਮੱਸਿਆ ਬਹੁਤ ਵੱਡੇ ਪੱਧਰ ਦੇ ਉੱਤੇ ਫੈਲ ਰਹੀ ਹੈ। ਕੇਂਦਰ ਤੇ ਸੂਬਾਈ ਸਰਕਾਰਾਂ ਦੀ ਪਹਿਲ ਹੈ ਕਿ ਪਿਛਲੇ 4.5 ਮਹੀਨੇ ਤੋਂ ਵੱਖ-ਵੱਖ ਥਾਵਾਂ ਦੇ ਉੱਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਇਸ ਵਕਤ ਹਟਾਇਆ ਜਾਵੇ। ਜੇਕਰ ਉਹ ਪ੍ਰਭਾਵਿਤ ਹੁੰਦੇ ਨੇ ਯਾਨੀ ਕਿ ਕਿਸਾਨ, ਤਾਂ ਹੋਰ ਲੋਕਾਂ ਨੂੰ ਵੀ ਇਹ ਪ੍ਰਭਾਵਿਤ ਕਰਨਗੇ। ਸਰਕਾਰ ਚਾਹੁੰਦੀ ਹੈ ਕਿ ਇਹਨਾਂ ਅੰਦੋਲਨਕਾਰੀਆਂ ਨੂੰ ਸਮਝਾ ਕੇ ਅੰਦੋਲਨ ਵਾਲੀ ਥਾਂ ਤੋਂ ਉਠਾਇਆ ਜਾਵੇ। ਜੇਕਰ ਬਾਅਦ ਦੇ ਵਿੱਚ ਇਹ ਅੰਦੋਲਨ ਕਰਨਾ ਚਾਹੁਣ ਤਾਂ ਉਹਨਾਂ ਨੂੰ ਇਹ ਥਾਂ ਦਿੱਤੀ ਜਾ ਸਕਦੀ ਹੈ। ਇਹਨਾਂ ਅੰਦੋਲਨਕਾਰੀਆਂ ਨੂੰ ਧਰਨਾ ਥਾਵਾਂ ਤੋਂ ਹਟਾਉਣ ਦੇ ਲਈ ਸਰਕਾਰ ਨੇ ਆਪਰੇਸ਼ਨ ਦੀ ਰੂਪਰੇਖਾ ਤਿਆਰ ਕਰ ਲਈ ਹੈ। ਗ੍ਰਹਿ ਵਿਭਾਗ ਦੇ ਵੱਲੋਂ ਸਿੰਘੂ ਤੇ ਟਿਕਰੀ ਬਾਰਡਰ ਦਾ ਹਵਾਈ ਸਰਵੇਖਣ ਕਰਵਾਇਆ ਜਾ ਚੁੱਕਿਆ। CID ਤੇ ਹੋਰ ਅੰਦਰੂਨੀ ਏਜੰਸੀਆਂ ਨੇ ਵੀ ਇਹਨਾਂ ਅੰਦੋਲਨਕਾਰੀਆਂ ਦੀ ਗਿਣਤੀ ਦੇ ਬਾਰੇ ਸਰਕਾਰ ਨੂੰ ਰਿਪੋਰਟ ਦਿੱਤੀ ਹੈ। ਸਰਕਾਰ ਨੇ ਰਣਨੀਤੀ ਤਿਆਰ ਕੀਤੀ ਹੈ ਕਿ 2 ਵਾਰ ਅੰਦੋਲਨਕਾਰੀਆਂ ਨੂੰ ਸਮਝਾ ਬੁਝਾ ਕੇ ਅੰਦੋਲਨ ਵਾਲੀ ਥਾਂ ਤੋਂ ਖੁਦ ਹੀ ਹਟ ਜਾਣ ਵਾਸਤੇ ਮਨਾਇਆ ਜਾਵੇਗਾ। ਪਹਿਲੇ ਪੜਾਅ ਦੇ ਵਿੱਚ ਬਾਰਡਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਨਾਲ ਗੱਲਬਾਤ ਕਰਨਗੇ। ਫਿਰ ਸਰਕਾਰ ਖੁਦ ਆਪਣੇ ਪ੍ਰਤੀਨਿਧੀਆਂ ਦੇ ਜ਼ਰੀਏ ਗੱਲਬਾਤ ਕਰੇਗੀ। ਜੇਕਰ ਉਹ ਫਿਰ ਵੀ ਨਹੀਂ ਮੰਨੇ ਤਾਂ ਪੁਲਿਸ ਦੇ ਅਰਧ ਸੈਨਿਕ ਬਲਾਂ ਦੇ ਰਾਹੀਂ ਇਹਨਾਂ ਨੂੰ ਹਟਾ ਦਿੱਤਾ ਜਾਵੇਗਾ। ਇਹਦੇ ਵਿੱਚ ਸਭ ਤੋਂ ਅਹਿਮ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਰਹਿਣ ਵਾਲੀ ਹੈ। 1 ਹਫ਼ਤੇ ਦੇ ਵਿੱਚ ਕੇਂਦਰ ਤੇ ਸੂਬਾਈ ਸਰਕਾਰਾਂ ਮਿਲ ਕੇ ਆਪਰੇਸ਼ਨ ਕਲੀਨ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਦੇ ਵਿੱਚ ਨੇ। ਇਸ ਬਾਰੇ ਗ੍ਰਹਿ ਵਿਭਾਗ ਤੇ ਹਰਿਆਣਾ ਸਰਕਾਰ ਦੀ ਗੱਲਬਾਤ ਹੋ ਚੁੱਕੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੇਂਦਰ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਤੇ ਇਸ ਅੰਦੋਲਨ ਦੇ ਵਿੱਚੋਂ ਹਟਾਉਣ ਦੇ ਲਈ ਪਹਿਲਾਂ ਵੀ ਬਹੁਤ ਕੁਝ ਕੀਤਾ ਗਿਆ, ਛੜਯੰਤਰ ਰਚੇ ਗਏ ਆ, ਪਰ ਉਹ ਹਾਲੇ ਤੱਕ ਕਾਮਯਾਬ ਨਹੀਂ ਹੋਏ। ਹੁਣ ਕੇਂਦਰ ਦੀ ਸਰਕਾਰ ਦੇ ਕਈ ਮੰਤਰੀ ਇਸ ਗੱਲੋਂ ਖੁਸ਼ ਆ ਵੀ ਕਿਸਾਨ ਤਾਂ ਇੱਥੇ ਬਹੁਤ ਘਟ ਗਏ ਆ, ਪਰ ਅਸਲ ਦੇ ਵਿੱਚ ਉਹ ਇਸ ਕਰਕੇ ਘਟੇ ਆ ਕਿਉਂਕਿ ਉਹਨਾਂ ਨੇ ਫਸਲਾਂ ਆਪਣੀਆਂ ਸਾਂਭਣੀਆਂ, ਉਹਨਾਂ ਨੇ ਕਣਕ ਦੀ ਵਾਢੀ ਕਰਨੀ ਆ। ਪਰ ਧੰਨ ਆ ਪੰਜਾਬ, ਹਰਿਆਣਾ ਤੇ ਹੋਰ ਵੱਖ-ਵੱਖ ਸੂਬਿਆਂ ਦੀਆਂ ਉਹ ਬੀਬੀਆਂ, ਉਹ ਔਰਤਾਂ ਭੈਣਾਂ ਜਿਹੜੀਆਂ ਕਿ ਕਾਫਲਿਆਂ ਦੇ ਰੂਪ ਦੇ ਵਿੱਚ ਵੱਖ-ਵੱਖ ਬਾਰਡਰਾਂ ਦੇ ਉੱਤੇ ਜਾਣ ਦਾ ਸਿਲਸਿਲਾ ਸ਼ੁਰੂ ਕਰ ਚੁੱਕੀਆਂ। ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਬਾਰਡਰਾਂ ਦੇ ਉੱਤੇ ਔਰਤਾਂ ਪਹੁੰਚੀਆਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੋ ਘਰ ਦੇ ਮਰਦ ਆ, ਭਾਵੇਂ ਉਹ ਭਰਾ, ਭਾਵੇਂ ਉਹ ਚਾਚਾ, ਤਾਇਆ, ਪਿਓ ਆ, ਦਾਦਾ, ਪੁੱਤ ਆ, ਉਹਨਾਂ ਦੇ ਵੱਲੋਂ ਜਦੋਂ ਖੇਤਾਂ ਦੇ ਵਿੱਚ ਜ਼ਿੰਮੇਵਾਰੀਆਂ ਸੰਭਾਲੀਆਂ ਜਾ ਰਹੀਆਂ ਤੇ ਅਸੀਂ ਬਾਰਡਰਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਗਿਣਤੀ ਨਾ ਘੱਟ ਹੋਵੇ, ਇਸ ਕਰਕੇ ਆਪਣੀ ਡਿਊਟੀ ਨਿਭਾਵਾਂਗੀਆਂ ਤੇ ਕੇਂਦਰ ਦੀ ਸਰਕਾਰ ਨੂੰ ਇਹ ਦੱਸਾਂਗੀਆਂ ਕਿ ਔਰਤਾਂ ਵੀ ਮਰਦਾਂ ਵਾਂਗੂ ਹੀ ਇੱਥੇ ਡਟ ਕੇ ਬੈਠੀਆਂ ਹੋਈਆਂ ਤੇ ਪਿੱਛੇ ਹਟਣ ਵਾਲੀਆਂ ਨਹੀਂ। ਸੋ ਕੇਂਦਰ ਦੀ ਸਰਕਾਰ ਜਿਹੜੀ ਕਿ ਇਸ ਵਕਤ ਕਰੋਨਾ ਦੇ ਮਾਮਲੇ ਦੇ ਉੱਤੇ ਕਿਸਾਨੀ ਦਾ ਫਿਕਰ ਕਰ ਰਹੀ ਹੈ, ਉਹਨੂੰ ਇਹ ਫਿਕਰ ਪਹਿਲਾਂ ਕਰ ਲੈਣਾ ਚਾਹੀਦਾ ਸੀ। ਜੇ ਮੰਨ ਲਓ 22 ਜਨਵਰੀ ਦੇ ਮੀਟਿੰਗ ਦੇ ਵਿੱਚ ਹੀ ਸਿੱਟਾ ਕੱਢ ਲੈਂਦੇ ਜਾਂ 26 ਜਨਵਰੀ ਤੋਂ ਬਾਅਦ ਕੋਈ ਮੀਟਿੰਗ ਦੇ ਵਿੱਚ ਸਿੱਟਾ ਕੱਢ ਲੈਂਦੇ, ਮੀਟਿੰਗ ਰੱਖਦੇ, ਤਾਂ ਹੁਣ ਤੱਕ ਕਿਸਾਨ ਆਪੋ ਆਪਣੇ ਘਰੇ ਹੋਣੇ ਸੀ। ਪਰ ਜਾਣ ਬੁੱਝ ਕੇ ਉਹਨਾਂ ਨੇ ਇਹ ਕੁਝ ਨਹੀਂ ਕੀਤਾ ਕਿਉਂਕਿ ਕੇਂਦਰ ਦੇ ਮੰਤਰੀ ਜਾਣਦੇ ਆ ਕਿ ਜਿੰਨਾ ਲੰਮਾ ਅੰਦੋਲਨ ਚੱਲੂਗਾ ਉਹਨਾਂ ਜੋਸ਼ ਟੁੱਟੂਗਾ ਤੇ ਇਸ ਜੋਸ਼ ਨੂੰ ਤੋੜਨ ਦੇ ਚੱਕਰ ਦੇ ਵਿੱਚ ਉਹ ਵਾਰ-ਵਾਰ ਗੇੜੇ ਪੱਛਮੀ ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ, ਕੇਰਲ ਦੇ ਵਿੱਚ, ਪੁਡੂਚੇਰੀ 'ਚ ਤਾਂ ਕੱਢ ਸਕਦੇ ਆ, ਪਰ 35 ਕਿਲੋਮੀਟਰ ਦੂਰ ਬੈਠੇ ਦਿੱਲੀ ਤੋਂ ਕਿਸਾਨਾਂ ਬਾਰੇ ਨਹੀਂ ਸੋਚ ਸਕਦੇ। ਪਰ ਕਿਸਾਨ ਵੀ ਡਟੇ ਹੋਏ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਤੁਸੀਂ ਸਾਨੂੰ ਇੱਥੋਂ ਖਦੇੜਨ ਦੀ ਕੋਸ਼ਿਸ਼ ਕਰੋਗੇ ਤਾਂ ਨਤੀਜੇ ਹੋਰ ਵੀ ਖਤਰਨਾਕ ਸਾਹਮਣੇ ਆਉਣਗੇ। ਇਹ ਉਹ ਵੇਲਾ ਜੇਕਰ BJP ਦੇ ਵੱਲੋਂ ਜ਼ਿਆਦਤੀ ਕੀਤੀ ਗਈ ਕਿਸਾਨਾਂ ਦੇ ਨਾਲ, ਜੇਕਰ ਧੱਕੇ ਨਾਲ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੂਰੇ ਭਾਰਤ ਦੇ ਵਿੱਚ BJP ਦਾ ਵਿਰੋਧ ਇਸ ਨਾਲੋਂ ਵੀ ਵੱਧ ਪ੍ਰਚੰਡ ਹੋ ਜਾਣਾ। 4 ਸੂਬਿਆਂ ਦੀ ਤਾਂ ਪੱਕੀ ਗਰੰਟੀ ਹੈ ਕਿਉਂਕਿ ਜਿਵੇਂ ਪੰਜਾਬ ਦੇ ਵਿੱਚ BJP ਦੇ ਆਗੂਆਂ ਨੂੰ ਘੇਰਾ ਪੈ ਰਿਹਾ, ਜਿਵੇਂ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਹੈਲੀਕਾਪਟਰ ਵੀ ਨਹੀਂ ਧਰਤੀ ਦੇ ਉੱਤੇ ਲੱਗਣ ਦਿੰਦੇ ਕਿਸਾਨ, ਜਿਵੇਂ ਪੱਛਮੀ ਬੰਗਾਲ ਦੇ ਵਿੱਚ ਵੀ ਵਿਰੋਧ ਹੋ ਰਿਹਾ, ਹੁਣ ਜਿਵੇਂ UP ਤੇ ਰਾਜਸਥਾਨ ਦੇ ਵਿੱਚ ਵਿਰੋਧ ਹੋ ਰਿਹਾ, ਸੋ ਇਹ ਵਿਰੋਧ ਹੋਰ ਵੱਧ ਜਾਣਾ। ਸੋ ਜੇਕਰ BJP ਦੇ ਵੱਲੋਂ ਕੋਈ ਜ਼ਿਆਦਤੀ ਕੀਤੀ ਜਾਂਦੀ ਕਿਸਾਨਾਂ ਦੇ ਨਾਲ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ BJP ਦੀਆਂ ਮੁਸ਼ਕਲਾਂ ਦੇ ਵਿੱਚ ਚੋਖਾ ਵਾਧਾ ਹੋਊਗਾ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਕੇਂਦਰ ਦੀ ਸਰਕਾਰ ਕਿਸਾਨੀ ਮੰਗਾਂ ਨੂੰ ਮੰਨਣ ਵਾਸਤੇ ਇੱਕ ਮੀਟਿੰਗ ਰੱਖੇ, ਮੀਟਿੰਗ ਤੁਰੰਤ ਰੱਖੇ। ਹਾਲੇ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਤੋਂ ਫੋਨ ਨਹੀਂ ਹੋਇਆ ਜਿਹੜਾ ਉਹ ਕਰਨਾ ਚਾਹੁੰਦੇ ਸੀ ਤੇ ਜਿਹਦੇ ਬਾਰੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਔਰ ਕਿਸਾਨੋਂ ਮੇਂ ਸਿਰਫ ਇੱਕ फ़ोन कॉल की दूरी है। ਜਾਂ ਤਾਂ ਉਹਨਾਂ ਨੂੰ ਨੰਬਰ ਮਿਲਦਾ ਨਹੀਂ ਕਿਸਾਨਾਂ ਦਾ ਤੇ ਜਾਂ ਉਹ ਫੋਨ ਕਰਨਾ ਨਹੀਂ ਚਾਹੁੰਦੇ। ਤੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਲੱਗਦਾ ਜੀ ਕਿ ਮੈਂ ਛੋਟਾ ਹੋ ਜਾਣਾ ਫੋਨ ਕਰਕੇ, ਸਾਨੂੰ ਨੰਬਰ ਦੇ ਦਿਓ ਭਾਈ, ਅਸੀਂ ਫੋਨ ਕਰ ਲੈਂਦੇ ਹਾਂ, ਅਸੀਂ ਛੋਟੇ ਠੀਕ ਆ, ਤੁਸੀਂ ਵੱਡੇ ਹੀ ਠੀਕ ਹੋ, ਪਰ ਆਪਾਂ ਤਾਂ ਮਸਲੇ ਦਾ ਹੱਲ ਕੱਢਣਾ। ਸੋ ਜਾਂ ਤਾਂ ਉਹ ਮੀਟਿੰਗ ਕਰ ਲੈਣ ਤੇ ਜਾਂ ਫਿਰ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਕਿਉਂਕਿ ਜੇਕਰ ਕਿਸਾਨੀ ਹੋਰ ਪਰੇਸ਼ਾਨੀ ਦੇ ਆਲਮ ਦੇ ਵਿੱਚੋਂ ਗੁਜ਼ਰਦੀ ਹੈ ਤਾਂ ਮੁਸ਼ਕਲ ਬਹੁਤ ਵੱਡੇ ਪੱਧਰ ਦੇ ਉੱਤੇ ਖੜੀ ਹੋ ਸਕਦੀ ਹੈ। ਕਰੋਨਾ ਇਸ ਵਕਤ ਬਹੁਤ ਫੈਲ ਰਿਹਾ, ਇਹ ਗੱਲ ਸੱਚੀ ਹੈ, ਪਰ ਇਹਦੇ ਲਈ ਕਿਸਾਨ ਜ਼ਿੰਮੇਵਾਰ ਨਹੀਂ, ਇਹਦੇ ਲਈ ਪ੍ਰਧਾਨ ਮੰਤਰੀ ਸਾਹਿਬ ਦੀਆਂ ਰੈਲੀਆਂ ਜ਼ਿੰਮੇਵਾਰ ਆ,
ਇਹਦੇ ਲਈ ਧਾਰਮਿਕ ਥਾਵਾਂ ਦੇ ਉੱਤੇ ਹੁੰਦੇ ਇਕੱਠ ਜ਼ਿੰਮੇਵਾਰ ਆ, ਇਹਦੇ ਲਈ ਕੁੰਭ ਦਾ ਮੇਲਾ ਜ਼ਿੰਮੇਵਾਰ ਆ, ਹੋਰ ਬਹੁਤ ਸਾਰੇ ਕਾਰਨ ਇਹਦੇ ਲਈ ਜ਼ਿੰਮੇਵਾਰ ਹੈਗੇ ਆ। ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੱਤੇ ਭਾਰੇ ਹੋਏ ਆ। ਉਹ ਜਦੋਂ ਤੱਤੇ ਭਾਰੇ ਹੁੰਦੇ ਆ, ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਕਈ ਤਰ੍ਹਾਂ ਦੀ ਚਰਚਾ ਛਿੜਦੀ ਆ। ਕੋਈ ਕਹਿੰਦਾ ਜੀ ਕਾਂਗਰਸ ਛੱਡੀ, ਕੋਈ ਕਹਿੰਦੇ ਕਦੇ ਨਹੀਂ ਛੱਡੀ, ਕੋਈ ਕਹਿੰਦਾ ਜੀ ਨਵੀਂ ਪਾਰਟੀ ਬਣਾਉਣਗੇ, ਕੋਈ ਕਹਿੰਦੇ ਕਾਹਤੋਂ ਬਣਾਉਣਗੇ, ਕੋਈ ਕਹਿੰਦਾ ਕੈਬਨਿਟ ਦੇ ਵਿੱਚ ਚਲੇ ਜਾਣਗੇ, ਕੋਈ ਕਹਿੰਦਾ ਨਾ ਬਿਲਕੁਲ ਨਹੀਂ ਜਾਣਗੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਸਭ ਦੀ ਆਪੋ ਆਪਣੀ ਰਾਏ ਆ। ਪਰ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਪਿਛਲੇ ਕੁਝ ਕੁ ਦਿਨਾਂ ਤੋਂ ਆਪਣੀ ਹੀ ਸਰਕਾਰ ਨੂੰ ਘੇਰਾ ਪਾਉਣ ਦਾ ਸਿਲਸਿਲਾ ਸ਼ੁਰੂ ਕੀਤਾ, ਜਾਪਦਾ ਨਹੀਂ ਹੈ ਕਿ ਸਿੱਧੂ ਹੋਰੀ ਹੁਣ ਕਾਂਗਰਸ ਦੇ ਵਿੱਚ ਰਹਿਣ ਦੇ ਇੱਛੁਕ ਹੈ ਜਾਂ ਕਾਂਗਰਸ ਉਹਨਾਂ ਨੂੰ ਰੱਖੂਗੀ, ਕਿਉਂਕਿ ਉਹ ਹਰ ਰੋਜ਼ ਕੈਪਟਨ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਦੇ ਆ। ਅਚਾਨਕ ਉਹ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਵਿੱਚ ਤੜਕੇ ਚਲੇ ਜਾਂਦੇ ਆ, ਇੱਥੇ ਕੁਝ ਕੁ ਮਿੰਟ ਲਾਉਂਦੇ ਆ, ਉਹ ਆਪਣੀ ਸਰਕਾਰ 'ਤੇ ਸਵਾਲ ਦਾਗਦੇ ਆ ਵੀ ਇਨਸਾਫ ਹੁਣ ਤੱਕ ਮਿਲਿਆ ਕਿਉਂ ਨਹੀਂ। ਹੁਣ ਉਸ ਤੋਂ ਬਾਅਦ ਉਹਨਾਂ ਨੇ ਪਟਿਆਲੇ ਦੇ ਵਿੱਚ ਲੰਘੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਆ। ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ 2 ਮੁੱਖ ਮੁੱਦਿਆਂ ਦੇ ਉੱਤੇ ਸਾਡੀ ਸਰਕਾਰ ਆਈ ਸੀ, ਨਸ਼ੇ ਦਾ ਖਾਤਮਾ ਕਰਾਂਗੇ ਤੇ ਬੇਅਦਬੀ ਕਾਂਡ ਦੇ ਅਸਲ ਦੋਸ਼ੀ ਆ ਜਿਹੜੇ ਉਹ ਸਿੱਖਾਂ ਦੇ ਪਿੱਛੇ ਪਹੁੰਚਾਵਾਂਗੇ, ਇਨਸਾਫ ਦੇਵਾਂਗੇ ਗੋਲੀ ਕਾਂਡ ਦੇ ਮਾਮਲੇ 'ਚ। ਦੋਵੇਂ ਮਸਲੇ ਹਾਲੇ ਤੱਕ ਹੱਲ ਨਹੀਂ ਹੋਏ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ SIT ਦਾ ਮਤਲਬ ਹੈਗਾ ਸਿਟ ਡਾਊਨ, ਇਹਦਾ ਕੋਈ ਵਜੂਦ ਨਹੀਂ ਹੁੰਦਾ, ਇਹਦੀ ਕੋਈ ਤੁਕ ਨਹੀਂ ਬਣਦੀ, ਕਿਉਂਕਿ SIT ਉਦੋਂ ਬਣਾਈ ਜਾਂਦੀ ਜਦੋਂ ਕਿਸੇ ਕੰਮ ਨੂੰ ਊਠ ਦੇ ਬੁੱਲ ਵਾਂਗੂ ਲਮਕਾਉਣਾ ਹੋਵੇ। ਗੱਲਾਂ ਸਿੱਧੂ ਦੀਆਂ ਆਪਣੀ ਥਾਂ ਦੇ ਉੱਤੇ ਠੀਕ ਹੈ, ਪਰ ਸਿੱਧੂ ਦਾ ਰਾਜਨੀਤਿਕ ਭਵਿੱਖ ਕੀ ਹੋਊਗਾ ਤੇ ਬੇਅਦਬੀ ਕਾਂਡ ਦੇ ਵਿੱਚ ਆਮ ਲੋਕਾਂ ਨੂੰ, ਵੋਟਰਾਂ ਨੂੰ ਲੱਭੂਗਾ ਕੀ, ਇਹਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋਏ ਆ। ਸਿੱਧੂ ਨੇ ਤਾਂ ਚਲੋ ਆਉਂਦੇ ਸਮੇਂ ਦੇ ਵਿੱਚ ਕੁਝ ਨਾ ਕੁਝ ਆਪਦਾ ਹੱਲਾ ਗੁੱਲਾ ਕਰ ਲੈਣਾ, ਕੋਈ ਨਾ ਕੋਈ ਹੱਥ ਪੱਲਾ ਮਾਰੂਗਾ, ਆਪਦੀ ਪਾਰਟੀ ਨਾ ਬਣਾਓ, ਕਿਤੇ ਆਮ ਆਦਮੀ ਪਾਰਟੀ ਵੱਲ ਹੋ ਜੂ ਜਾਂ ਕਿਤੇ ਵੀ ਪਤਾ ਨਹੀਂ ਕਿੱਥੇ ਗੱਲ ਬਣਨੀ ਆ। ਪਰ ਆਮ ਲੋਕ ਜਿਨ੍ਹਾਂ ਨੇ ਭਰੋਸਾ ਕਰਕੇ ਸਰਕਾਰ ਬਦਲੀ ਸੀ 2017 ਦੇ ਵਿੱਚ, ਉਹਨਾਂ ਲੋਕਾਂ ਦਾ ਕਸੂਰ ਕੀ ਆ? ਹੁਣ ਸਵਾਲ ਇਹ ਪੈਦਾ ਹੁੰਦੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਨੂੰ ਘੇਰਿਆ। ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੈਪਟਨ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਡਰੱਗਸ ਤੇ ਬੇਅਦਬੀ ਮਾਮਲਿਆਂ ਦੇ ਵਿੱਚ ਲੋਕਾਂ ਨੂੰ ਇਨਸਾਫ ਦੇਣ ਦੇ ਵਿੱਚ ਨਾਕਾਮਯਾਬ ਰਹੀ ਹੈ। ਇਹਦੇ ਨਾਲ ਹੀ ਸਿੱਧੂ ਨੇ ਕਿਹਾ ਕਿ 2017 ਦੇ ਵਿੱਚ 2 ਵੱਡੇ ਮੁੱਦਿਆਂ ਕਰਕੇ ਪੰਜਾਬ 'ਚ ਸਰਕਾਰ ਬਦਲੀ ਸੀ। ਸਰਕਾਰ ਬਦਲਣ ਦੇ 4 ਸਾਲ ਬਾਅਦ ਵੀ ਇਹ ਮੁੱਦੇ ਜਿਉਂ ਦੀ ਤਿਉਂ ਨੇ, ਦੋਵਾਂ ਦੇ ਵਿੱਚ ਕੱਖ ਨਹੀਂ ਬਦਲਿਆ, ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਨਵਜੋਤ ਸਿੱਧੂ ਨੇ ਕਿਹਾ ਕਿ STF ਦੀ ਰਿਪੋਰਟ ਦੇ ਉੱਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਧਰ ਸਰਕਾਰ ਬੇਅਦਬੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਹਨਾਂ ਕਿਹਾ ਕਿ ਅਕਸਰ ਕਸੂਰਵਾਰਾਂ ਨੂੰ ਫੜਿਆ ਨਹੀਂ ਗਿਆ ਤੇ ਲੋਕ ਅੱਜ ਵੀ ਇਨਸਾਫ ਦਾ ਇੰਤਜ਼ਾਰ ਕਰ ਰਹੇ ਨੇ। ਸਿੱਧੂ ਨੇ ਕਿਹਾ ਕਿ ਦੋਵੇਂ ਮਾਮਲਿਆਂ ਵਿੱਚ ਟੌਪ ਦੇ ਲੋਕਾਂ 'ਤੇ ਸ਼ਿਕੰਜਾ ਨਹੀਂ ਕੱਸਿਆ ਜਾਂਦਾ, ਜਿਸ ਕਰਕੇ ਸਰਕਾਰ ਲੋਕਾਂ ਦੇ ਵਿੱਚ ਆਪਣਾ ਯਕੀਨ ਗਵਾ ਚੁੱਕੀ ਹੈ। ਉਹਨਾਂ ਆਪਣੀ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੋਟਕਪੂਰਾ ਕਾਂਡ ਵੇਲੇ ਉਦੋਂ ਦੇ ਮੁੱਖ ਮੰਤਰੀ ਨੇ DGP ਨੂੰ ਆਦੇਸ਼ ਕੀ ਦਿੱਤੇ ਸਨ, ਸਿਆਸੀ ਲੋਕਾਂ ਨੂੰ ਜਾਂਚ ਵਿੱਚ ਕਿਉਂ ਬਖਸ਼ਿਆ ਜਾਂਦਾ ਹੈ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਏ ਤੋਂ ਬਗੈਰ ਨਿਸ਼ਾਨਾ ਵਿੰਨ੍ਹਿਆ। ਦੱਸਣਾ ਬਣਦਾ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਗਤੀ ਫੜੀ ਹੋਈ ਹੈ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ, ਜੇ ਤੁਹਾਡੇ ਕੋਲ ਗਲਤ ਨੂੰ ਗਲਤ ਕਹਿਣ ਦੀ ਕਾਬਲੀਅਤ ਨਹੀਂ ਤਾਂ ਤੁਹਾਡੀ ਕਾਬਲੀਅਤ ਵਿਅਰਥ ਹੈ। ਨਵਜੋਤ ਸਿੰਘ ਸਿੱਧੂ ਦੀ ਇਸ ਪੋਸਟ ਨੂੰ ਵੇਖਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵਜੋਤ ਸਿੰਘ ਸਿੱਧੂ ਚੰਗਾ ਬੁਲਾਰਾ ਹੋਣ ਦੇ ਬਾਵਜੂਦ ਥੋੜ੍ਹਾ ਜਿਹਾ ਪ੍ਰਭਾਵਹੀਣ ਲੰਘੇ ਵੇਲੇ ਦੇ ਵਿੱਚ ਹੋਇਆ। ਉਹ ਜਿੰਨੀ ਪ੍ਰਭਾਵਸ਼ਾਲੀ ਸ਼ਖਸੀਅਤ ਰਹੀ ਆ, ਉਹਨਾਂ ਪ੍ਰਭਾਵ ਉਹਨਾਂ ਦਾ ਨਹੀਂ ਰਿਹਾ। ਇਹ ਮੈਨੂੰ ਨਿੱਜੀ ਤੌਰ 'ਤੇ ਜਾਪਦਾ, ਜਾਂ ਲੋਕ ਵੀ ਜਿੱਥੇ 4 ਬੰਦੇ ਬੈਠਦੇ ਆ ਇਹ ਗੱਲ ਕਰਦੇ ਆ। ਉਹਦਾ ਕਾਰਨ ਇਹ ਆ ਵੀ ਵੱਖ-ਵੱਖ ਮੁੱਦਿਆਂ ਦੇ ਉੱਤੇ ਲੰਮਾ ਸਮਾਂ ਚੁੱਪ ਬੱਟੀ ਬੈਠਣਾ, ਜਾਂ ਉਹਨਾਂ ਦੇ ਵੱਲੋਂ ਕੋਈ ਫੈਸਲਾ ਮਹੱਤਵਪੂਰਨ ਨਾ ਲੈਣਾ ਕਿ ਮੈਂ ਕਿਹੜੇ ਪਾਸੇ ਖੜਦਾ ਤੇ ਕਿਹੜੇ ਪਾਸੇ ਨਹੀਂ। ਲੋਕਾਂ ਦੇ ਮਨ ਦੀ ਇੱਛਾ ਇਹ ਹੈ ਵੀ ਸਿੱਧੂ ਨੂੰ ਅੱਜ ਵੀ ਇੱਕ ਪਾਸਾ ਕਲੀਅਰ ਕਰ ਲੈਣਾ ਚਾਹੀਦਾ। ਪਰ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਨੂੰ ਘੇਰਾ ਪਾ ਰਹੇ ਆ, ਭਾਵੇਂ ਕਿ ਸੱਚੀਆਂ ਗੱਲਾਂ 'ਤੇ ਘੇਰਾ ਪਾਉਂਦੇ ਆ, ਪਰ ਸੱਚ ਅੱਜ ਕੱਲ੍ਹ ਕਿਹੜੇ ਮੁੱਖ ਮੰਤਰੀ ਦੇ ਵੱਲੋਂ ਬਰਦਾਸ਼ਤ ਕੀਤਾ ਜਾਂਦਾ ਤੇ ਕਿਹੜੀ ਪਾਰਟੀ ਬਰਦਾਸ਼ਤ ਕਰਦੀ ਹੈ। ਜਗਮੀਤ ਸਿੰਘ ਬਰਾੜ ਨੇ ਵੀ ਤਾਂ ਇਹ ਗੱਲ ਕਹੀ ਸੀ ਕਿ ਪ੍ਰਧਾਨਗੀ ਹੋਰ ਹੱਥ ਦੇ ਵਿੱਚ ਆਉਣੀ ਚਾਹੀਦੀ ਹੈ, ਤੇ ਇਹਨਾਂ ਦੇ ਹੱਥ ਦੇ ਵਿੱਚ ਜਿਹੜੀ ਪ੍ਰਧਾਨਗੀ ਆ ਸੋਨੀਆ ਗਾਂਧੀ ਦੇ, ਉਹ ਹੁਣ ਉਹ ਗੱਲ ਨਹੀਂ। ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਕਿਵੇਂ ਪਰੇ ਕੀਤਾ ਗਿਆ, ਅਨੁਸ਼ਾਸਨਹੀਣਤਾ ਦੇ ਕਈ ਤਰ੍ਹਾਂ ਦੇ ਦੋਸ਼ ਲੱਗੇ ਤੇ ਹੁਣ ਉਹ ਅਕਾਲੀ ਦਲ ਦੇ ਵਿੱਚ ਹੈਗੇ ਆ। ਇਵੇਂ ਹੀ ਬਹੁਤ ਸਾਰੇ ਹੋਰ ਵਰਕਰਾਂ ਦੇ ਉੱਤੇ, ਬਹੁਤ ਸਾਰੇ ਨੇਤਾਵਾਂ ਦੇ ਉੱਤੇ ਕਾਰਵਾਈਆਂ ਵੱਖ-ਵੱਖ ਪਾਰਟੀਆਂ ਕਰਦੀਆਂ। ਜਦੋਂ ਉਹਨਾਂ ਨੂੰ ਇਹ ਲੱਗੇ ਕਿ ਸਾਡੀ ਗੱਲ ਦੇ ਵਿੱਚ ਹੁਣ ਤੁਸੀਂ ਨੁਕਸ ਕੱਢੋਗੇ ਤਾਂ ਫਿਰ ਉਹ ਉਹਨਾਂ ਦੇ ਖਿਲਾਫ ਹੋ ਜਾਂਦੇ ਆ ਤੇ ਫਿਰ ਉਹਨਾਂ ਨੂੰ ਟਿਕਣ ਨਹੀਂ ਦਿੰਦੇ। ਹੁਣ ਨਵਜੋਤ ਸਿੱਧੂ ਨੂੰ ਵੀ ਪਤਾ ਹੋਊਗਾ ਇਸ ਗੱਲ ਦਾ ਕਿ ਜੋ ਮੈਂ ਸ਼ਬਦ ਵਰਤ ਰਿਹਾ ਕੈਪਟਨ ਸਰਕਾਰ ਦੇ ਪ੍ਰਤੀ, ਉਸ ਤੋਂ ਬਾਅਦ ਦੂਰੀਆਂ ਵਧਣੀਆਂ। ਤੇ ਮੰਨਿਆ ਇਹ ਜਾ ਰਿਹਾ ਕਿ ਸਿੱਧੂ ਹੋਰੀ ਆਪਣੀ ਨਵੀਂ ਸਿਆਸੀ ਪਾਰਟੀ ਦਾ ਗਠਨ ਕਰਨ ਦੇ ਲਈ ਤਿਆਰੀ ਕਰ ਚੁੱਕੇ ਆ, ਜਿਹਦੇ ਕਰਕੇ ਉਹ ਕੈਪਟਨ ਸਰਕਾਰ ਨੂੰ ਇਵੇਂ ਘੇਰਾ ਪਾਉਂਦੇ ਆ। ਪੰਜਾਬ ਦੇ ਕਈ ਹੋਰ ਕਾਂਗਰਸੀ ਵਿਧਾਇਕ ਤੇ ਕਈ ਮੰਤਰੀ ਇਹ ਮੰਨਦੇ ਆ ਵੀ ਸਾਡੀ ਸਰਕਾਰ ਨੇ ਕੁਝ ਨਹੀਂ ਕੀਤਾਗਾ, ਜਾਂ ਉਹ ਕੁਝ ਨਹੀਂ ਕੀਤਾ ਜੋ ਅਸੀਂ ਕਹਿ ਕੇ ਸਰਕਾਰ ਸੱਤਾ ਦੇ ਵਿੱਚ ਲੈ ਕੇ ਆਏ ਆ, ਪਰ ਉਹ ਚੁੱਪ ਵੱਟੀ ਬੈਠੇ ਆ ਕਿਉਂਕਿ ਉਹਨਾਂ ਦੀ ਪੇਸ਼ ਕੋਈ ਨਹੀਂ ਚੱਲਦੀ। ਤੇ ਸਿੱਧੂ ਦੇ ਬਗਾਵਤੀ ਤੇਵਰ ਆ ਜਿਹੜੇ ਉਹ ਕੈਪਟਨ ਨੂੰ ਜ਼ਰੂਰ ਅਖੜਦੇ ਹੋਣਗੇ, ਇਹਦੇ ਬਾਰੇ ਆਪਾਂ ਜਾਣਦੇ ਹਾਂ। ਪਰ ਲੰਘੇ ਕੱਲ੍ਹ ਤਰਨਚੁੱਗ ਜਿਹੜੇ ਕਿ ਪੰਜਾਬ BJP ਦੇ ਨੇਤਾ, ਉਹਨਾਂ ਨੇ ਵੀ ਸਵਾਲ ਕੀਤਾ।
ਉਹਨਾਂ ਨੇ ਨਵਜੋਤ ਸਿੱਧੂ ਦੇ ਬਾਰੇ ਗੱਲ ਕਹੀ ਆ ਕਿ 50 ਹਫ਼ਤੇ ਤੁਸੀਂ ਕਿਹੜੀ ਗੱਲੋਂ ਚੁੱਪ ਬੈਠੇ ਰਹੇ। ਤੁਸੀਂ ਵੀ ਕਾਂਗਰਸ ਦੇ ਵਿੱਚ ਆ, ਤੁਸੀਂ ਸਰਕਾਰ ਦੇ ਵਿੱਚ ਵੀ ਰਹੇ ਹੋ। ਇਹ ਦੱਸੋ ਕਿ ਤੁਸੀਂ ਬੇਅਦਬੀ ਦੇ ਮਾਮਲੇ ਦੇ ਉੱਤੇ ਤੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਪਹਿਲਾਂ ਕਿਉਂ ਨਾ ਬੋਲੇ। ਹੁਣ ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ, ਸਿੱਧੂ ਨੂੰ ਵੀ ਪੰਜਾਬ ਦੇ ਮੁੱਦੇ ਚੇਤੇ ਆ ਰਹੇ ਵੀ ਸਾਡੀ ਸਰਕਾਰ ਨੇ ਆਹ ਕੁਝ ਕਿਉਂ ਨਹੀਂ ਕੀਤਾ। ਸੋ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਰਾਜਨੀਤੀ ਬੇਅਦਬੀ ਕਾਂਡ ਦੇ ਮਾਮਲੇ ਤੇ, ਗੋਲੀ ਕਾਂਡ ਦੇ ਮਾਮਲੇ ਤੇ ਨਸ਼ਿਆਂ ਦੇ ਮਾਮਲੇ ਉੱਤੇ ਤੇ ਕਿਸਾਨੀ ਦੇ ਮਾਮਲੇ ਦੇ ਉੱਤੇ ਹੋਰ ਭਖੂਗੀ। ਤੇ ਮੈਨੂੰ ਨਿੱਜੀ ਤੌਰ ਤੇ ਜਾਪਦਾ ਕਿ ਇਹਨਾਂ 3-4 ਮੁੱਦਿਆਂ ਦੇ ਆਧਾਰ ਦੇ ਉੱਤੇ ਹੀ ਚੋਣਾਂ ਲੜੀਆਂ ਜਾਣਗੀਆਂ। ਸਿੱਧੂ ਦੇ ਬਾਰੇ ਲੋਕਾਂ ਦੀ ਇੱਕ ਰਾਏ ਬੜੀ ਸਾਫ਼ ਤੇ ਸਪਸ਼ਟ ਹੈ ਵੀ ਉਹਨੂੰ ਲਕੀਰ ਖਿੱਚ ਲੈਣੀ ਚਾਹੀਦੀ ਆ ਵੀ ਖੜਨਾ ਕਿਹੜੇ ਪਾਸੇ ਆ। ਪਰ ਜਦੋਂ ਸਿੱਧੂ ਨੂੰ ਕੋਈ ਇਹ ਸਵਾਲ ਕਰਦਾ, ਸਿੱਧੂ ਅੱਗੋਂ ਹੋਰ ਸਵਾਲ ਕਰਨ ਲੱਗ ਜਾਂਦੇ ਆ। ਮੈਂ ਉਸ ਸਕੂਲ ਦਾ ਪ੍ਰਿੰਸੀਪਲ ਆ ਜਿੱਥੇ ਤੁਸੀਂ ਪੜ੍ਹ ਕੇ ਆਏ ਆ, ਮੈਨੂੰ ਸਵਾਲ ਕਰਕੇ ਤੁਸੀਂ ਫਸਾ ਨਹੀਂ ਸਕਦੇਗੇ। ਮੈਨੂੰ ਸਾਰਾ ਪਤਾ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ, ਪਰ ਮੈਂ ਉਹ ਉੱਤਰ ਨਹੀਂ ਲੈਣਾ। ਉਹਨਾਂ ਨੂੰ ਆਹ ਗੱਲਾਂ ਕਰਨ ਦੀ ਥਾਂ ਦੇ ਉੱਤੇ ਗੱਲ ਕਲੀਅਰ, ਗੱਲ ਬਿਲਕੁਲ ਸਾਫ਼ ਕਰ ਲੈਣੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਪ੍ਰਤੀ ਆਪਦਾ ਕੀ ਨਜ਼ਰੀਆ ਰੱਖਦੇ ਆ ਤੇ ਪਾਰਟੀ ਦੇ ਪ੍ਰਤੀ ਕੀ ਰੱਖਦੇ ਆ ਤੇ ਉਹਨਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਕੀ ਹੈਗੀਆਂ। ਭਾਰਤ ਦੇ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ। ਕੱਲ੍ਹ 3 ਵੱਡੇ ਨੇਤਾ ਜਿਹੜੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਆ। ਵੈਸੇ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਹਰ ਰੋਜ਼ ਮੌਤ ਦੀ ਬੁੱਕਲ 'ਚ ਵੀ ਜਾਂਦੇ ਆ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹਰ ਰੋਜ਼ ਭਾਰਤ ਦੇ ਵਿੱਚ ਕਰੋਨਾ ਪੋਜ਼ਿਟਿਵ ਹੁੰਦੇ ਆ। ਪਰ ਨੇਤਾ ਦੀ ਗੱਲ ਹੋਵੇ, ਫਿਲਮ ਅਦਾਕਾਰ ਦੀ ਗੱਲ ਹੋਵੇ, ਕ੍ਰਿਕਟ ਵਾਲੇ ਦੀ ਗੱਲ ਹੋਵੇ, ਮਸ਼ਹੂਰ ਕਰੋੜਪਤੀ ਅਰਬਪਤੀ ਬੰਦੇ ਦੀ ਗੱਲ ਹੋਵੇ, ਉਹਦੀ ਖਬਰ ਵੱਡੀ ਬਣ ਜਾਂਦੀ ਹੈ ਤੇ ਮੀਡੀਆ ਦੇ ਵਿੱਚ ਆਉਂਦੀ ਹੈ। ਹਰਸਿਮਰਤ ਕੌਰ ਬਾਦਲ ਖੁਦ ਕਰੋਨਾ ਪੋਜ਼ਿਟਿਵ ਹੋ ਗਏ। ਪਹਿਲਾਂ ਪਤੀ ਦੇਵ ਹੋਏ ਸੀ ਸੁਖਬੀਰ ਸਿੰਘ ਬਾਦਲ। ਦਿਗਵਿਜੇ ਸਿੰਘ ਕਾਂਗਰਸੀ ਆਗੂ ਕਰੋਨਾ ਪੋਜ਼ਿਟਿਵ ਹੋ ਗਏ ਆ। ਰਣਦੀਪ ਸਿੰਘ ਸੂਰਜੇਵਾਲ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਆਗੂ ਆ, ਉਹ ਵੀ ਕਰੋਨਾ ਪੋਜ਼ਿਟਿਵ ਆ। ਸੋ ਕਹਿਣ ਦਾ ਭਾਵ ਇਹ ਆ ਵੀ ਭਾਵੇਂ ਹੋਵੇ ਕੁੰਭ ਦਾ ਮੇਲਾ ਤੇ ਭਾਵੇਂ ਹੋਵੇ ਕੋਈ ਹੋਰ ਸੂਬਾ ਤੇ ਭਾਵੇਂ ਕੋਈ ਵੀ ਹੋਰ ਥਾਂ ਤੇ ਭਾਵੇਂ ਕਿਸੇ ਵੀ ਵਰਗ ਦਾ ਬੰਦਾ, ਉਹ ਕਰੋਨਾ ਦੇ ਕਲਾਵੇ ਦੇ ਵਿੱਚ ਆ ਰਿਹਾ ਤੇ ਇਹਦੇ ਤੋਂ ਬਚਾਅ ਕਰਨ ਦੇ ਲਈ ਸਾਡੇ ਕੋਲੇ ਤਰੀਕੇ ਹੈ ਨਹੀਂਗੇ। ਮੈਂ ਤਰੀਕੇ ਹੈ ਨਹੀਂਗੇ ਤਾਂ ਕਹਿੰਦਾ ਕਿਉਂਕਿ ਤਰੀਕੇ ਆਪਾਂ ਕਿਹੜਾ ਅਪਣਾਉਣੇ ਆ। ਸਰਕਾਰ ਨੇ ਜਦੋਂ ਖੁਦ ਨਹੀਂ ਅਪਣਾਏ ਤੇ ਆਮ ਲੋਕਾਂ ਨੇ ਕਿੱਥੇ ਅਪਣਾਉਣੇ ਆ। ਸਰਕਾਰ ਕਿਸੇ ਵੀ ਦੇਸ਼ ਦੇ ਵਿੱਚ ਆਮ ਲੋਕਾਂ ਦੀ ਰੋਲ ਮਾਡਲ ਹੁੰਦੀ ਆ। ਰੋਲ ਮਾਡਲ ਮੰਨ ਕੇ, ਅਗਵਾਈ ਕਰਨ ਵਾਲੀ ਮੰਨ ਕੇ ਹੀ ਲੋਕ ਵੋਟਾਂ ਪਾਉਂਦੇ ਆ। ਪਰ ਜੇਕਰ ਸਰਕਾਰ ਆਪ ਨਿਯਮ ਤੋੜੂ ਤਾਂ ਫਿਰ ਚੋਣ ਕਮਿਸ਼ਨ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਰੈਲੀਆਂ ਕਿਉਂ ਕਰਨ ਦੀ ਆਗਿਆ ਦਿੱਤੀ। ਪ੍ਰਧਾਨ ਮੰਤਰੀ ਸਾਹਿਬ ਤੇ ਵੀ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਰੈਲੀਆਂ ਜਿਹੜੇ ਸੂਬਿਆਂ 'ਚ ਕੀਤੀਆਂ ਸਭ ਦੇ ਉੱਤੇ ਹੋਣੀ ਚਾਹੀਦੀ ਕਾਰਵਾਈ। ਪਰ ਉਹਨਾਂ ਦੇ ਵਿੱਚੋਂ ਕਈ ਖੁਦ ਕਰੋਨਾ ਪੋਜ਼ਿਟਿਵ ਹੋਣ ਦੇ ਬਾਵਜੂਦ ਲੋਕਾਂ ਨੂੰ ਫਿਰ ਉਸੇ ਅੱਗ ਦੇ ਵਿੱਚ ਧੱਕਾ ਦੇਣ ਨੂੰ ਤਿਆਰ ਹੈਗੇ ਵੀ ਚਲੋ ਕੋਈ ਗੱਲ ਨਹੀਂ, ਠੀਕ ਹੋ ਜਾਓਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਕੁੰਭ ਦੇ ਮੇਲੇ ਦੇ ਵਿੱਚ ਹੁਣ ਜਿਹੜੇ ਵੱਖ-ਵੱਖ ਸੰਪਰਦਾਵਾਂ ਦੇ ਧੜੇ ਹੈਗੇ ਆ, ਜਿਹੜੇ ਕਿ ਵੱਖ-ਵੱਖ ਸਾਧੂ ਸੰਤਾਂ ਦੇ ਗਰੁੱਪ ਆ, ਉਹ ਆਪਸ ਦੇ ਵਿੱਚ ਵਿਚਾਰਧਾਰਕ ਮਤਭੇਦਾਂ ਦੇ ਵਿੱਚ ਪਏ ਹੋਏ ਆ ਤੇ ਕਿਸ ਤਰੀਕੇ ਨਾਲ ਕਰੋਨਾ ਦਾ ਕਹਿਰ ਉੱਥੇ ਵਧਿਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਉੱਤਰਾਖੰਡ ਦੇ ਵਿੱਚ ਆਸਥਾ ਦੇ ਮਹਾਕੁੰਭ ਦੇ ਵਿੱਚ ਕਰੋਨਾ ਦਾ ਕੁੰਭ ਵੀ ਸ਼ੁਰੂ ਹੋ ਚੁੱਕਿਆ। ਆਲਮ ਇਹ ਹੈ ਕਿ ਕੁੰਭ ਦੇ ਵਿੱਚ ਕਰੋਨਾ ਫੈਲਣ ਨੂੰ ਲੈ ਕੇ ਹੁਣ ਤੱਕ ਅਖਾੜੇ ਦੇ ਸਾਧੂ ਸੰਤ ਆਪਸ ਦੇ ਵਿੱਚ ਹੀ ਭਿੜਨ ਲੱਗੇ ਨੇ। ਇੱਕ ਦੂਜੇ ਦੇ ਉੱਤੇ ਕਰੋਨਾ ਫੈਲਾਉਣ ਦੇ ਦੋਸ਼ ਲਾ ਰਹੇ ਨੇ। ਬੈਰਾਗੀ ਅਖਾੜੇ ਨੇ ਦੋਸ਼ ਲਾਇਆ ਕਿ ਕੁੰਭ ਦੇ ਵਿੱਚ ਕਰੋਨਾ ਸੰਨਿਆਸੀ ਅਖਾੜੇ ਦੇ ਵੱਲੋਂ ਫੈਲਾਇਆ ਗਿਆ। ਨਿਰਮੋਹੀ ਅਖਾੜੇ ਦੇ ਮੁਖੀ ਮਹੰਤ ਰਜਿੰਦਰ ਦਾਸ ਨੇ ਕੁੰਭ ਦੇ ਵਿੱਚ ਵੱਧਦੇ ਹੋਏ ਕਰੋਨਾ ਮਾਮਲਿਆਂ ਦੇ ਲਈ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੂੰ ਜ਼ਿੰਮੇਵਾਰ ਠਹਿਰਾਇਆ। ਹਰਿਦੁਆਰ ਦੇ ਵਿੱਚ ਕੁੰਭ ਮੇਲੇ ਦਾ ਸਮਾਂ 30 ਅਪ੍ਰੈਲ ਤੱਕ ਦਾ ਹੈ। ਕਰੋਨਾ ਦੇ ਚੱਲਦਿਆਂ ਇਸ ਸਾਲ ਕੁੰਭ ਦਾ ਮੇਲਾ ਜਨਵਰੀ ਦੀ ਥਾਂ 1 ਅਪ੍ਰੈਲ ਤੋਂ ਸ਼ੁਰੂ ਕਰ ਦਿੱਤਾ ਗਿਆ ਸੀ। ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਿਰੰਜਨੀ ਅਖਾੜੇ ਨੇ 15 ਦਿਨ ਪਹਿਲਾਂ ਕੁੰਭ ਮੇਲਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ। ਹੁਣ ਇਸ ਅਖਾੜੇ ਦੇ 17 ਸਾਧੂ ਸੰਤਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਅਖਾੜੇ ਦੇ ਸਕੱਤਰ ਰਵਿੰਦਰ ਪੁਰੀ ਖੁਦ ਕਰੋਨਾ ਪੀੜਤ ਪਾਏ ਗਏ ਨੇ। ਕਈ ਹੋਰ ਅਖਾੜਿਆਂ ਦੇ ਤਕਰੀਬਨ 200 ਤੋਂ ਵੱਧ ਸਾਧੂ ਸੰਤਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਹੁਣ ਤੱਕ 50 ਤੋਂ ਵੱਧ ਸਾਧੂ ਸੰਤ ਪੀੜਤ ਹੋ ਚੁੱਕੇ ਨੇ। ਅਖਿਲ ਭਾਰਤੀ ਸ਼੍ਰੀ ਪੰਚ ਨਿਰਵਾਣੀ ਅਖਾੜੇ ਦੇ ਮਹਾਮੰਡਲੇਸ਼ਵਰ ਕਪਲ ਦੇਵਦਾਸ ਉਮਰ 65 ਸਾਲ ਦੀ ਹੁਣ ਮੌਤ ਹੋ ਚੁੱਕੀ ਹੈ। ਉੱਤਰਾਖੰਡ ਦੇ ਵਿੱਚ 1 ਮਹੀਨੇ ਦੇ ਅੰਦਰ ਕਰੋਨਾ ਮਰੀਜ਼ਾਂ ਦੇ ਮਿਲਣ ਦੀ ਰਫ਼ਤਾਰ 8814% ਦਰਜ ਕੀਤੀ ਗਈ ਹੈ। ਇਸ ਗਰੋਥ ਰੇਟ ਨੂੰ ਜੇਕਰ ਸਮਝਣਾ ਹੋਵੇ ਤਾਂ ਅੰਕੜੇ ਦੇਖਣੇ ਪੈਣਗੇ। 14 ਫਰਵਰੀ ਤੋਂ 28 ਫਰਵਰੀ ਤੱਕ ਉੱਤਰਾਖੰਡ ਦੇ ਵਿੱਚ ਮਹਿਜ਼ 172 ਲੋਕ ਕਰੋਨਾ ਪੀੜਤ ਸਨ ਤੇ ਫਿਰ 1 ਤੋਂ ਲੈ ਕੇ 15 ਅਪ੍ਰੈਲ ਤੱਕ 15,333 ਲੋਕ ਕਰੋਨਾ ਦੀ ਲਪੇਟ ਦੇ ਵਿੱਚ ਆਏ ਤੇ 14 ਫਰਵਰੀ ਤੋਂ ਲੈ ਕੇ 14 ਅਪ੍ਰੈਲ ਤੱਕ ਗਰੋਥ ਰੇਟ ਕਰੋਨਾ ਦਾ 8814% ਆਉਂਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਰਕਾਰ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਵੀ ਅਸੀਂ ਇੰਨਾ ਵੱਡਾ ਇਕੱਠ ਨਹੀਂ ਹੋਣ ਦੇਣਾ ਕਰੋੜਾਂ ਸ਼ਰਧਾਲੂਆਂ ਦਾ। ਪਰ ਹੁਣ ਜਦੋਂ ਇਕੱਠ ਹੋ ਗਿਆ ਤੇ ਕੋਈ ਫੈਸਲਾ ਕਰੋ ਨਾ ਕਰੋ, ਹੁਣ ਕਿਹਨੇ ਮਾਸਕ ਪਾਉਣਾ ਤੇ ਉੱਥੇ ਕਿਹਨੇ ਦੂਰੀ ਬਣਾਉਣੀ ਆ। ਜਦੋਂ ਜਗ੍ਹਾ ਥੋੜ੍ਹੀ ਹੋਵੇ ਤੇ ਸੰਗਤ ਵੱਧ ਹੋਵੇ, ਸ਼ਰਧਾਲੂ ਵੱਧ ਹੋਣ, ਉਸ ਤੋਂ ਬਾਅਦ ਸਰਕਾਰ ਦੇ ਹੱਥ ਖੜੇ ਹੋ ਜਾਂਦੇ ਆ। ਸਰਕਾਰ ਨੂੰ ਖੁਦ ਰੋਲ ਮਾਡਲ ਬਣਨਾ ਚਾਹੀਦਾ। ਮੈਂ ਵਾਰ-ਵਾਰ ਇਹ ਗੱਲ ਇਸ ਕਰਕੇ ਕਹਿਣਾ ਕਿ ਅੱਜ ਵਾਲੇ ਹਾਲਾਤ ਪੈਦਾ ਨਹੀਂ ਸੀ ਹੋਣੇ ਜੇਕਰ ਸਰਕਾਰ ਸੱਚੀ ਮੁੱਚੀ ਸੁਹਿਰਦ ਹੁੰਦੀ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਮਾਮਲੇ 'ਚ। ਚੰਡੀਗੜ੍ਹ ਦੇ ਵਿੱਚ ਵੀਕਐਂਡ ਲਾਕਡਾਊਨ ਕਰ ਦਿੱਤਾ ਗਿਆ। ਦਿੱਲੀ ਦੇ ਵਿੱਚ ਵੀਕਐਂਡ ਲਾਕਡਾਊਨ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਵਿੱਚ ਐਤਵਾਰ ਦਾ ਲਾਕਡਾਊਨ ਕਰ ਦਿੱਤਾ ਗਿਆ।
ਪੂਰੇ ਪੰਜਾਬ ਦੇ ਵਿੱਚ 30 ਅਪ੍ਰੈਲ ਤੱਕ ਰਾਤ ਦਾ ਕਰਫਿਊ ਜਿਹੜਾ ਉਹ ਜਾਰੀ ਹੈ। ਸੋ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਸਖਤੀਆਂ ਕੀਤੀਆਂ ਜਾ ਰਹੀਆਂ, ਪਰ ਕਦੇ-ਕਦੇ ਇਉਂ ਲੱਗਦਾ ਵੀ ਇਹ ਨਾ ਸੱਪ ਦੇ ਲੰਘਣ ਤੋਂ ਬਾਅਦ ਲੀਹ ਕੁੱਟਣ ਵਾਲੀ ਗੱਲ ਹੈ। ਹੁਣ ਜੋ ਕੁਝ ਕਰ ਰਹੇ ਆ ਇਹ ਪਹਿਲਾਂ ਕਰਨਾ ਚਾਹੀਦਾ ਸੀ, ਪਰ ਸਰਕਾਰਾਂ ਤਾਂ ਸਰਕਾਰਾਂ ਲੋਕਾਂ ਦਾ ਫਿਕਰ ਕਦੋਂ ਕਰਦੀਆਂ, ਲੋਕਾਂ ਨੂੰ ਕਹਿੰਦੀਆਂ ਵੀ ਕੋਈ ਗੱਲ ਨਹੀਂ ਭਲੀ ਕਰੂਗਾ ਰੱਬ। ਤੇ ਜੋ ਕੁਝ ਹੋ ਰਿਹਾ ਉਹ ਵੇਖ ਕੇ ਕਈ ਵਾਰ ਚਿੰਤਤ ਹੋਈਦਾ ਵੀ ਭਾਰਤ ਦੇ ਵਿੱਚ ਇਹ ਸਾਰਾ ਕੁਝ ਕਿੰਨਾ ਕੁ ਚਿਰ ਰਹੂਗਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।